ਸਭ ਉੱਤਮਤਾ ਇੱਕ ਇਸ਼ਾਰਾ ਹੈ, ਇੱਕ ਸੰਕੇਤ ਹੈ। ਅਸਮਾਨ ਵੱਲ ਇਸ਼ਾਰਾ ਅਤੇ ਕੁਦਰਤ ਦੇ ਖਿਲਾਫ ਬਗਾਵਤ ਹੈ। ਜਦੋਂ ਸਭ ਨੂੰ ਇੱਕੋ ਜਿਹਾ ਹੋਣਾ ਚਾਹੀਦਾ ਸੀ ਤਾਂ ਕੋਈ ਖਾਸ ਕਿਵੇਂ ਹੋ ਗਿਆ? ਜੋ ਖਾਸ ਹੋ ਗਿਆ ਉਸ ਨੂੰ ਤੁਸੀਂ ਮੰਨੋ ਕਿ ਉਹ ਭਗਵਾਨ ਤਾਂ ਨਹੀਂ ਪਰ ਭਗਵਤਾ ਦਾ ਨੁਮਾਇੰਦਾ ਜ਼ਰੂਰ ਹੈ। ਸਮਝ ਆ ਰਹੀ ਹੈ ਗੱਲ? ਦੁਨੀਆ ਵਿੱਚ ਸਭ ਨੂੰ ਇੱਕੋ ਜਿਹਾ ਹੋਣਾ ਚਾਹੀਦਾ ਸੀ ਨਾ? ਸਭ ਨੂੰ ਇੱਕੋ ਜਿਹਾ ਹੋਣਾ ਚਾਹੀਦਾ ਸੀ ਕਿਉਂਕਿ ਕੁਦਰਤ ਵੱਖ-ਵੱਖ ਬਣਾਉਂਦੀ ਹੀ ਨਹੀਂ। ਚੂਹਾ ਇੱਕੋ ਜਿਹਾ, ਕਾਂ ਇੱਕੋ ਜਿਹਾ, ਸ਼ੇਰ ਇੱਕੋ ਜਿਹਾ। ਸਭ ਕੁਝ ਇੱਕੋ ਜਿਹਾ ਹੋਣਾ ਚਾਹੀਦਾ ਸੀ। ਫਿਰ ਕੋਈ ਵੱਖਰਾ ਕਿਵੇਂ ਹੋ ਗਿਆ? ਇਹ ਜੋ ਵੱਖਰਾ ਹੋ ਜਾਣਾ ਹੈ, ਇਹ ਜੋ ਖਾਸ ਹੋ ਜਾਣਾ, ਵਿਸ਼ੇਸ਼ ਹੋ ਜਾਣਾ, ਇਹ ਬੜੀ ਅਜੀਬ ਗੱਲ ਹੈ। ਸ਼੍ਰੀ ਕ੍ਰਿਸ਼ਨ ਕਹਿ ਰਹੇ ਹਨ, ਤੁਸੀਂ ਇਸੇ ਗੱਲ ਦਾ ਫਾਇਦਾ ਲੈ ਲਓ। ਜੋ ਵੱਖਰਾ ਲੱਗੇ ਤੁਸੀਂ ਉਸ ਨੂੰ ਈਸ਼ਵਰੀ ਸੱਤਾ ਦਾ ਨੁਮਾਇੰਦਾ ਮੰਨ ਲਓ। ਤੁਸੀਂ ਕਹੋ ਕਿ ਵੱਖਰਾ ਤਾਂ ਕੋਈ ਹੋ ਹੀ ਨਹੀਂ ਸਕਦਾ। ਜਦੋਂ ਸਭ ਇੱਕੋ ਵਰਗੇ ਹਨ ਤਾਂ ਇਹ ਵੱਖਰਾ ਕਿਵੇਂ ਹੋ ਗਿਆ? ਪੱਕਾ ਕੋਈ ਜਾਦੂ ਵਰਤਿਆ ਗਿਆ ਹੈ, ਪੱਕਾ ਕੋਈ ਜਾਦੂ ਵਰਤਿਆ ਗਿਆ ਹੈ। ਤਾਂ ਉਹ ਕਹਿ ਰਹੇ ਹਨ ਕਿ ਜੋ ਸਭ ਤੋਂ ਵੱਖਰਾ ਹੋਵੇ ਤੁਸੀਂ ਉਸ ਨੂੰ ਹੀ ਕ੍ਰਿਸ਼ਨ ਮੰਨ ਲਓ। ਜੋ ਸਭ ਤੋਂ ਵੱਖਰਾ ਹੋਵੇ ਉਸ ਨੂੰ ਹੀ ਕ੍ਰਿਸ਼ਨ ਮੰਨ ਲਓ। ਫੇਰ ਤਰੀਕਾ ਕੀ ਹੈ? ਤਾਂ ਪਹਾੜਾਂ ਵਿੱਚ ਜੋ ਸਭ ਤੋਂ ਉੱਚਾ ਪਹਾੜ ਹੈ ਉਹ ਪੂਜਨਯੋਗ ਬਣ ਗਿਆ। ਯੋਧਿਆਂ ਵਿੱਚ ਜੋ ਸਭ ਤੋਂ ਬਲਵਾਨ ਤੇ ਜਿੱਤੂ ਯੋਧਾ ਹੈ ਉਹ ਵੱਖਰੇ ਹੋ ਗਏ। ਬਾਕੀ ਸਾਰੇ ਇੱਕ ਪਾਸੇ। ਜੋ ਸਭ ਤੋਂ ਵੱਖਰਾ ਹੈ ਉਸ ਨੂੰ ਬਿਲਕੁਲ ਦੂਜੇ ਪੱਧਰ ਦਾ ਸਮਝੋ, ਕਿਉਂਕਿ ਉਸ ਨੂੰ ਵੀ ਹੋਰਾਂ ਵਾਂਗ ਹੀ ਹੋਣਾ ਚਾਹੀਦਾ ਸੀ ਨਾ, ਪਰ ਉਹ ਹੋਰਾਂ ਵਾਂਗ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਦੇ ਅੰਦਰ ਕੁਝ ਤਾਂ ਅਜਿਹਾ ਹੈ ਜੋ ਕੁਦਰਤ ਤੋਂ ਬਿਲਕੁਲ ਵੱਖਰਾ ਹੈ। ਇਸ ਲਈ ਫਿਰ ਭਾਰਤ ਵਿੱਚ ਜੋ ਉੱਤਮ ਹੈ ਉਸ ਦੀ ਪੂਜਾ ਕੀਤੀ ਗਈ। ਹੁਣ ਦੇਖੋ ਗੱਲ ਸਮਝਿਓ। ਸਾਰੇ ਜਾਨਵਰ ਕਿਸੇ ਨਾ ਕਿਸੇ ਪੱਧਰ ਤੇ ਆਕਰਮਕ ਵਿਵਹਾਰ ਦਿਖਾਉਂਦੇ ਹਨ। ਗਾਂ ਇੱਕ ਅਜਿਹਾ ਜਾਨਵਰ ਹੈ ਜੋ ਸਭ ਤੋਂ ਘੱਟ ਹਿੰਸਕ ਵਿਹਾਰ ਦਿਖਾਉਂਦੀ ਹੈ। ਜੇ ਸਾਰੇ ਜਾਨਵਰਾਂ ਨੂੰ ਵੇਖੀਏ ਤਾਂ ਉਹਨਾਂ ਵਿੱਚ ਇੱਕ ਬੇਚੈਨੀ ਹੁੰਦੀ ਹੈ, ਪਰ ਗਾਂ ਵਿੱਚ ਇਹ ਬੇਚੈਨੀ ਬਹੁਤ ਘੱਟ ਮਿਲਦੀ ਹੈ। ਗਾਂ ਆਸਾਨੀ ਨਾਲ ਭਰੋਸਾ ਵੀ ਕਰ ਲੈਂਦੀ ਹੈ। ਇਸ ਕਰਕੇ ਇਹ ਪਤਾ ਲੱਗਿਆ ਕਿ ਸਾਰੇ ਜਾਨਵਰ ਤਾਂ ਜਾਨਵਰ ਹੀ ਹਨ, ਪਰ ਗਾਂ ਵਿੱਚ ਕੁਝ ਅਜਿਹਾ ਹੈ ਜੋ ਹੋਰ ਜਾਨਵਰਾਂ ਤੋਂ ਥੋੜਾ ਵੱਖਰਾ ਹੈ। ਇਹ ਨਹੀਂ ਕਿਹਾ ਜਾ ਰਿਹਾ ਕਿ ਗਾਂ ਕੋਈ ਜਾਨਵਰ ਨਹੀਂ, ਪਰ ਗਾਂ ਵਿੱਚ ਇੱਕ ਵਿਸ਼ੇਸ਼ਤਾ ਮਿਲੀ। ਜਦੋਂ ਇਹ ਵਿਸ਼ੇਸ਼ਤਾ ਪਾਈ ਗਈ ਤਾਂ ਗਾਂ ਨੂੰ ਇੱਕ ਪ੍ਰਤੀਕ ਵਜੋਂ, ਇੱਕ ਦੇਵ ਸ਼ਕਤੀ ਦੇ ਪ੍ਰਤੀਨਿਧ ਵਜੋਂ ਮੰਨ ਲਿਆ ਗਿਆ। ਉਸ ਨੂੰ ਗਊ ਮਾਤਾ ਕਹਿ ਦਿੱਤਾ ਗਿਆ। ਇਹ ਨਹੀਂ ਸੀ ਕਿ ਜੋ ਲੋਕ ਗਊ ਮਾਤਾ ਕਹਿ ਰਹੇ ਸਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਆਖਿਰਕਾਰ ਉਹ ਤਾਂ ਇੱਕ ਜਾਨਵਰ ਹੀ ਹੈ, ਪਰ ਥੋੜੀ ਖਾਸ ਕਿਸਮ ਦੀ, ਹੋਰ ਜਾਨਵਰਾਂ ਤੋਂ ਵੱਖਰੀ। ਤੁਸੀਂ ਕਿਸੇ ਅਜਿਹੇ ਜਾਨਵਰ ਵੇਖਿਆ ਹੈ ਜਿਸ ਦਾ ਵਜ਼ਨ ਤੁਹਾਡੇ ਨਾਲੋਂ 3, 4 ਜਾਂ 10 ਗੁਣਾ ਹੋਵੇ ਪਰ ਫਿਰ ਵੀ ਉਹ ਤੁਹਾਨੂੰ ਸਿੰਗ ਨਾ ਮਾਰੇ? ਛੋਟੇ ਬੱਚੇ ਗਊ ਦੇ ਸਿੰਗ ਤੇ ਲਮਕ ਕੇ ਖੇਡ ਰਹੇ ਹੁੰਦੇ ਹਨ ਅਤੇ ਉਸ ਬੱਚੇ ਦੇ ਮੁਕਾਬਲੇ ਉਸ ਗਊ ਦਾ ਵਜ਼ਨ 10 ਗੁਣਾ ਹੈ, ਪਰ ਫਿਰ ਵੀ ਉਹ ਕੁਝ ਨਹੀਂ ਕਹਿੰਦੀ। ਆਰਾਮ ਨਾਲ ਬੈਠੀ ਰਹਿੰਦੀ ਹੈ। ਉਹ ਉਤਸ਼ਾਹਿਤ ਵੀ ਨਹੀਂ ਹੁੰਦੀ। ਅਜਿਹਾ ਜਾਨਵਰ ਲੱਭਦਾ ਨਹੀਂ ਹੈ। ਕ੍ਰਿਸ਼ਨ ਕਹਿ ਰਹੇ ਹਨ ਕਿ ਜਿੱਥੇ ਵੀ ਤੁਹਾਨੂੰ ਅਜਿਹਾ ਕੋਈ ਉਦਾਹਰਣ ਮਿਲੇ ਤੁਸੀਂ ਉਸ ਉਦਾਹਰਣ ਨੂੰ ਹੀ ਪੂਜਨਯੋਗ ਬਣਾ ਲਓ। ਤੁਸੀਂ ਉਸ ਉਦਾਹਰਣ ਨੂੰ ਹੀ ਮੇਰਾ ਪ੍ਰਤੀਕ ਮੰਨ ਲਓ। ਆ ਰਹੀ ਹੈ ਗੱਲ ਸਮਝ? ਜਿੱਥੇ ਵੀ ਕਮਾਲ ਦੀ ਮਹਾਨਤਾ ਦਿਖਾਈ ਦੇਵੇ, ਜਿੱਥੇ ਵੀ ਵੱਖਰਾਪਨ ਤੇ ਉੱਤਮਤਾ ਨਜ਼ਰ ਆਉਣ, ਸਮਝ ਲਓ ਕਿ ਇਹ ਸਾਰਾ ਕੰਮ ਸ੍ਰੀ ਕ੍ਰਿਸ਼ਨ ਦਾ ਹੈ। ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਸੀ। ਕੁਦਰਤ ਨੇ ਤਾਂ ਪੂਰੀ ਤਿਆਰੀ ਕਰ ਲਈ ਸੀ ਕਿ ਧਰਤੀ ਤੇ ਨਾ ਕੁਝ ਵਧੀਆ ਹੋਵੇ ਤੇ ਨਾ ਹੀ ਕੁਝ ਖਾਸ। ਵੇਖੋ, ਪਿੱਪਲ ਦਾ ਦਰਖਤ ਘਾਹ ਦੇ ਇੱਕ ਤਿਨਕੇ ਨਾਲੋਂ ਕਾਫੀ ਵੱਡਾ ਹੁੰਦਾ ਹੈ। ਘਾਹ ਤੇ ਪਿੱਪਲ ਵਿੱਚ ਫਰਕ ਹੁੰਦਾ ਹੈ, ਪਰ ਕੀ ਇੱਕ ਪੀਪਲ ਤੇ ਦੂਜੇ ਪੀਪਲ ਵਿੱਚ ਕੋਈ ਫਰਕ ਹੁੰਦਾ ਹੈ? ਨਹੀਂ ਹੁੰਦਾ ਨਾ। ਕੁਦਰਤ ਨੇ ਇੰਜ ਬਣਾਇਆ ਕਿ ਸਭ ਕੁਝ ਇੱਕੋ ਜਿਹਾ ਹੋਵੇ। ਅਸੀਂ ਅਤੇ ਬਹੁਤ ਸਾਰੇ ਲੋਕਾਂ ਦੀ ਸੋਚ ਵੀ ਇਹੀ ਹੈ ਕਿ ਸਭ ਬਰਾਬਰ ਹਨ। ਅਸਲ 'ਚ ਉਹ ਕੁਦਰਤ ਦੀ ਗੱਲ ਕਰ ਰਹੇ ਹਨ ਅਤੇ ਕੁਦਰਤ ਨੇ ਇਹ ਕਰਕੇ ਵੀ ਵਿਖਾਇਆ ਕਿ ਸਰੀਰ ਦੇ ਪੱਧਰ ਤੇ ਸਭ ਬਰਾਬਰ ਹਨ। ਪਰ ਇਸ ਕੁਦਰਤੀ ਪ੍ਰਬੰਧ ਦੇ ਖਿਲਾਫ ਕੁਝ ਅਪਵਾਦ ਵੀ ਮੌਜੂਦ ਹਨ, ਕੁਝ ਐਕਸੈਪਸ਼ਨਸ ਹੁੰਦੀਆਂ ਹਨ। ਇੱਥੇ ਸ੍ਰੀ ਕ੍ਰਿਸ਼ਨ ਉਹਨਾਂ ਹੀ ਅਪਵਾਦਾਂ ਦੀ ਗੱਲ ਕਰ ਰਹੇ ਹਨ। ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿੱਥੇ ਕਿਤੇ ਵੀ ਅਲੱਗੋ-ਅਲੱਗ ਚਮਕਣ ਵਾਲੀਆਂ ਚੀਜ਼ਾਂ ਨਜ਼ਰ ਆਉਣ,
बोलना कि कृष्ण मिल गए। गंगा भी नदी ही है पर थोड़ी खास नदी है, एक्सेप्शनल नदी है। ਤਾਂ ਫਿਰ ਉਹਨਾਂ ਨੂੰ ਮੰਨ ਲਿਆ ਗਿਆ ਕਿ ਇਹ ਦੈਵੀ ਨਦੀ ਹੈ ਤਾਂ ਕੁਝ ਵੀ ਨਹੀਂ, ਵਗਦਾ ਪਾਣੀ ਹੀ ਤਾਂ ਹੈ। ਪਰ ਭਾਰਤ ਨੇ ਇੱਕ ਖਾਸ ਸਮਝਦਾਰੀ ਵਰਤੀ ਅਤੇ ਉਹਨਾਂ ਨੂੰ ਆਖਿਆ, ਗੰਗਾ ਮਾਂ, ਗੱਲ ਸਮਝ ਆ ਰਹੀ ਹੈ? ਹਰ ਸਿਖਰ ਕੁਦਰਤ ਦੇ ਖਿਲਾਫ ਇੱਕ ਅਪਵਾਦ ਹੈ। ਇਹ ਕੁਦਰਤ ਵਿਰੁੱਧ ਇੱਕ ਚੁਣੌਤੀ ਹੁੰਦੀ ਹੈ। ਚੋਟੀ ਆਈ ਕਿੱਥੋਂ? ਕੁਦਰਤ ਨੂੰ ਤਾਂ ਚੋਟੀਆਂ ਪਸੰਦ ਹੀ ਨਹੀਂ, ਉਹ ਤਾਂ ਚਾਹੁੰਦੀ ਹੈ ਕਿ ਸਭ ਇੱਕੋ ਜਿਹੇ ਰਹਿਣ। ਤੇ ਵੇਖੋ ਤਾਂ ਸਹੀ, ਕੁਦਰਤ ਦੇ ਇੰਤਜ਼ਾਮ 'ਚ ਸਭ ਇੱਕੋ ਜਿਹੇ ਨੇ ਕਿ ਨਹੀਂ? ਜੋ ਤੁਹਾਡੇ ਨਾਲ ਹੋ ਰਿਹਾ ਹੈ ਉਹੀ ਦੂਜੇ ਨਾਲ ਵੀ ਹੋ ਰਿਹਾ ਹੈ। ਸਰੀਰਕ ਪੱਧਰ ਤੇ, ਮਾਨਸਿਕ ਪੱਧਰ ਤੇ ਵੀ ਜੋ ਤੁਹਾਡੀਆਂ ਵਰਿੱਤੀਆਂ ਹਨ ਉਹੀ ਉਸਦੀਆਂ ਵੀ ਹਨ। ਪਰ ਕਦੇ-ਕਦੇ ਕੋਈ ਅਜੀਬ ਗੱਲ ਹੋ ਜਾਂਦੀ ਹੈ, ਕੁਝ ਅਜਿਹਾ ਹੋ ਜਾਂਦਾ ਹੈ ਜੋ ਨਹੀਂ ਹੋਣਾ ਚਾਹੀਦਾ ਸੀ। ਜਿਵੇਂ ਕਿ ਕੁਦਰਤ ਦੇ ਖੇਡ ਵਿੱਚ ਕੋਈ ਰੁਕਾਵਟ ਆ ਗਈ ਹੋਵੇ, ਜਿਵੇਂ ਕੁਝ ਵੱਖਰਾ, ਕੁਝ ਅਨਮੋਲ ਘਟ ਗਿਆ ਹੋਵੇ। ਕ੍ਰਿਸ਼ਨ ਕਹਿ ਰਹੇ ਹਨ ਕਿ ਜਿੱਥੇ ਵੀ ਤੁਸੀਂ ਐਸਾ ਕੋਈ ਅਪਵਾਦ ਵੇਖੋ, ਉਹਨਾਂ ਅਪਵਾਦਾਂ ਰਾਹੀਂ ਮੈਨੂੰ ਯਾਦ ਕਰ ਲੈਣਾ। ਹਾਥੀਆਂ ਵਿੱਚ ਏਰਾਵਤ ਨੂੰ ਵੇਖ ਕੇ ਮੈਨੂੰ ਯਾਦ ਕਰ ਲੈਣਾ, ਕਿਉਂਕਿ ਸਾਰੇ ਹਾਥੀ ਇੱਕ ਪਾਸੇ ਤੇ ਏਰਾਵਤ ਇੱਕ ਪਾਸੇ। ਤੁਹਾਡੇ ਮਨ ਵਿੱਚ ਇਹ ਸਵਾਲ ਆਵੇ ਕਿ ਏਰਾਵਤ ਆਇਆ ਕਿੱਥੋਂ, ਫਿਰ ਤੁਸੀਂ ਸੋਚੋਗੇ ਕਿ ਇਹ ਕੁਦਰਤ ਤੋਂ ਨਹੀਂ ਆ ਸਕਦਾ। ਇਸ ਦਾ ਮਤਲਬ ਇਹ ਹੈ ਕਿ ਕੁਦਰਤੀ ਹੱਦਾਂ ਤੋਂ ਉੱਪਰ ਵੀ ਕੋਈ ਸ਼ਕਤੀ ਹੈ। ਉਸ ਦਾ ਨਾਂ ਹੀ ਕ੍ਰਿਸ਼ਨ ਹੈ। ਕੁਦਰਤ ਤੋਂ ਤਾਂ ਸਿਰਫ ਆਮ ਹਾਥੀ ਹੀ ਆ ਸਕਦੇ ਸੀ ਨਾ, ਪਰ ਇਹ ਏਰਾਵਤ ਆ ਕਿੱਥੋਂ ਗਿਆ? ਇਹ ਤਾਂ ਕੁਦਰਤੀ ਹੱਦਾਂ ਤੋਂ ਉੱਪਰ ਦੀ ਗੱਲ ਲੱਗਦੀ ਹੈ। ਇਸ ਲਈ ਜਦੋਂ ਤੁਸੀਂ ਏਰਾਵਤ ਨੂੰ ਵੇਖੋ ਤਾਂ ਯਾਦ ਕਰ ਲੈਣਾ ਕਿ ਕੁਦਰਤ ਤੋਂ ਵੱਡਾ ਵੀ ਕੋਈ ਹੈ। ਕੁਦਰਤ ਦਾ ਬਾਪ ਵੀ ਕੋਈ ਹੈ ਅਤੇ ਤੁਹਾਨੂੰ ਉੱਥੇ ਹੀ ਪੁੱਜਣਾ ਹੈ। ਤੁਸੀਂ ਉਸ ਦੀ ਹੀ ਖੋਜ ਵਿੱਚ ਹੋ, ਤੁਹਾਨੂੰ ਉਹੀ ਚਾਹੀਦਾ ਹੈ। ਕ੍ਰਿਸ਼ਨ ਅਸਲ ਵਿੱਚ ਇਹ ਕਹਿ ਰਹੇ ਹਨ ਕਿ ਕ੍ਰਿਸ਼ਨ ਤਾਂ ਹੋਰ ਕਿਸੇ ਗੱਲ ਦਾ ਨਾਂ ਨਹੀਂ, ਉੱਤਮਤਾ ਦੀ ਭਗਤੀ ਦਾ ਨਾਂ ਹੀ ਕ੍ਰਿਸ਼ਨਤਾ ਹੈ। ਇੱਥੇ ਕ੍ਰਿਸ਼ਨ ਕਹਿ ਰਹੇ ਹਨ ਕਿ ਉੱਤਮਤਾ ਦੀ ਪੂਜਾ ਕਰੋ, ਉੱਤਮਤਾ ਦੀ ਪੂਜਾ ਕਰੋ, ਉਚਾਈ ਦੀ ਪੂਜਾ ਕਰੋ। ਹਰ ਉਚਾਈ ਕ੍ਰਿਸ਼ਨਤਵ ਦਾ ਪ੍ਰਤੀਕ ਹੈ। ਗੱਲ ਸਮਝ ਆ ਰਹੀ ਹੈ? ਕਿੰਨੇ ਹੀ ਉਦਾਹਰਨ ਦੇ ਕੇ ਉਹਨਾਂ ਨੇ ਇਹ ਗੱਲ ਸਮਝਾਈ। ਜਿਹੜੇ ਵੀ ਕੁਦਰਤੀ ਉਦਾਹਰਨ ਅਰਜੁਨ ਦੀ ਨਜ਼ਰ ਵਿੱਚ ਸਾਹਮਣੇ ਸਨ, ਉਹ ਸਾਰੇ ਲਏ ਹਨ ਕ੍ਰਿਸ਼ਨ ਨੇ, ਤੇ ਆਖਿਆ ਕਿ ਇਹਨਾਂ ਨੂੰ ਜੇ ਤੂੰ ਵੇਖੇਂਗਾ ਤਾਂ ਇਹਨਾਂ ਵਿੱਚ ਮੈਂ ਇਹ ਹਾਂ। ਜਾਨਵਰਾਂ ਨੂੰ ਜੇ ਤੂੰ ਵੇਖੇਂਗਾ ਤਾਂ ਮੈਂ ਸ਼ੇਰ ਹਾਂ। ਜਦੋਂ ਅਸੀਂ ਜਾਨਵਰਾਂ ਨੂੰ ਵੇਖੀਏ ਤੇ ਫਿਰ ਸ਼ੇਰ ਨੂੰ ਵੇਖੀਏ ਤਾਂ ਕਹਿਣਾ ਪੈਂਦਾ ਹੈ ਕਿ ਕੁਝ ਗੱਲ ਤਾਂ ਹੈ, ਤੇ ਗੱਲ ਤਾਂ ਹੋਵੇਗੀ ਹੀ। ਵੇਖੋ ਜੋ ਸ਼ੇਰ ਹੈ, ਕੀ ਇਹ ਜੰਗਲ ਦਾ ਸਭ ਤੋਂ ਵੱਡਾ ਜਾਨਵਰ ਹੈ? ਦੱਸੋ, ਇਸ ਤੋਂ ਕਿੰਨੇ ਵੱਧ ਭਾਰੇ ਹੋਰ ਹਨ? ਅਸਲ 'ਚ ਤਾਂ ਬਾਘ ਹੀ ਸ਼ੇਰ ਨਾਲੋਂ ਵੱਧ ਭਾਰਾ ਹੈ। ਕੀ ਸ਼ੇਰ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ? ਕੀ ਦੌੜਦਾ ਹੈ ਸਭ ਤੋਂ ਤੇਜ਼? ਨਹੀਂ, ਸ਼ੇਰ ਨਾਲੋਂ ਵੱਧ ਤੇਜ਼ ਤਾਂ ਚੀਤਾ ਦੌੜਦਾ ਹੈ। ਕੀ ਸ਼ੇਰ ਉੱਡ ਸਕਦਾ ਹੈ? ਕੀ ਤੈਰ ਸਕਦਾ ਹੈ? ਕੀ ਦਰਖਤ ਤੇ ਚੜ੍ਹ ਸਕਦਾ ਹੈ? ਦਰਖਤ ਤੇ ਵੀ ਨਹੀਂ ਚੜ੍ਹਦਾ ਉਹ। ਬਾਘ ਚੜ੍ਹ ਜਾਂਦੇ ਹਨ, ਤੇਂਦੂਏ ਚੜ੍ਹ ਜਾਂਦੇ ਹਨ, ਪਰ ਸ਼ੇਰ ਨੂੰ ਤੁਸੀਂ ਦਰਖਤ ਤੇ ਨਹੀਂ ਚੜ੍ਹਦਾ ਦੇਖੋਗੇ। ਫਿਰ ਵੀ ਸ਼ੇਰ ਜੰਗਲ ਦਾ ਰਾਜਾ ਕਿਉਂ ਕਿਹਾ ਜਾਂਦਾ ਹੈ? ਕੁਝ ਗੱਲ ਤਾਂ ਹੋਵੇਗੀ। ਉਹੀ ਗੱਲ ਹੀ ਕ੍ਰਿਸ਼ਨਤਵ ਕਹੀ ਜਾਂਦੀ ਹੈ। ਉਸ ਦੀਆਂ ਅੱਖਾਂ ਵਿੱਚ ਕੁਝ ਖਾਸ ਹੈ, ਉਸ ਦੇ ਨਜ਼ਰੀਏ ਵਿੱਚ ਕੁਝ ਵੱਖਰਾ ਹੈ। ਨਾ ਉਹ ਸਭ ਤੋਂ ਤੇਜ਼ ਦੌੜਦਾ, ਨਾ ਹੀ ਉਹ ਸਭ ਤੋਂ ਤਾਕਤਵਰ, ਪਰ ਫਿਰ ਵੀ ਜਿੱਤਦਾ ਉਹੀ ਹੈ, ਰਾਜ ਉਹੀ ਕਰਦਾ ਹੈ। ਕੁਝ ਗੱਲ ਤਾਂ ਹੋਏਗੀ। ਜਦੋਂ ਵੀ ਕੋਈ ਅਜਿਹਾ ਨਜ਼ਾਰਾ ਵੇਖੋ ਜੋ ਹੋਣਾ ਤਾਂ ਨਹੀਂ ਸੀ, ਪਰ ਫਿਰ ਵੀ ਹੋ ਰਿਹਾ ਹੈ ਅਤੇ ਬਹੁਤ ਖਾਸ ਹੈ, ਸਮਝ ਲਓ ਇਹ ਮਨੁੱਖ ਦਾ ਕੰਮ ਨਹੀਂ, ਇਹ ਪ੍ਰਕਿਰਤੀ ਦਾ ਕੰਮ ਨਹੀਂ, ਇਹ ਤਾਂ ਕ੍ਰਿਸ਼ਨ ਦਾ ਕੰਮ ਹੈ। ਕ੍ਰਿਸ਼ਨ ਕਹਿ ਰਹੇ ਹਨ, ਅਜਿਹੀ ਘੜੀਆਂ ਦਾ ਲਾਭ ਲਓ। ਜਿੱਥੇ ਵੀ ਕੋਈ ਵਿਸ਼ੇਸ਼ਤਾ ਵੇਖੋ, ਫਟਾਫਟ ਹੱਥ ਜੋੜ ਲਓ, ਮੱਥਾ ਟੇਕ ਦਿਓ, ਆਖ ਦਿਓ ਕਿ ਤੁਹਾਡੇ ਹੋਣ ਦਾ ਸਬੂਤ ਮਿਲ ਗਿਆ। ਜੋ ਮੇਰੇ ਸਾਹਮਣੇ ਖਲੋਤਾ ਹੈ ਉਹੀ ਤੁਹਾਡੇ ਹੋਣ ਦਾ ਪ੍ਰਮਾਣ ਹੈ। ਜੇ ਤੁਸੀਂ ਨਾ ਹੁੰਦੇ ਤਾਂ ਇਹ ਵਿਸ਼ੇਸ਼ਤਾ ਆਉਂਦੀ ਕਿੱਥੋਂ?
ਦੁਨੀਆ ਵਿੱਚ ਉੱਤਮਤਾ ਆਉਂਦੀ ਕਿੱਥੋਂ? ਇਸ ਦਾ ਮਤਲਬ ਇਹ ਹੋਇਆ ਕਿ ਉਹ ਲੋਕ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਉੱਤਮਤਾ ਨਹੀਂ, ਕੋਈ ਵਿਸ਼ੇਸ਼ਤਾ ਨਹੀਂ, ਉਹਨਾਂ ਦੀ ਜ਼ਿੰਦਗੀ ਵਿੱਚ ਕ੍ਰਿਸ਼ਨ ਹੀ ਨਹੀਂ ਹਨ। ਸਿਰਫ ਪ੍ਰਕਿਰਤੀ ਹੈ, ਸਰੀਰ ਹੈ, ਦੇਹ ਹੈ, ਮਲ ਮੂਤਰ ਹੈ, ਬਸ ਇਹਨਾਂ ਤੱਕ ਹੀ ਸੀਮਿਤ ਹਨ। ਆਪਣੇ ਆਪ ਨੂੰ ਪੁੱਛੋ, ਕੀ ਤੁਹਾਡੀ ਜ਼ਿੰਦਗੀ ਦੇ ਕਿਸੇ ਖੇਤਰ ਵਿੱਚ ਤੁਸੀਂ ਉੱਤਮ ਹੋ, ਵਿਸ਼ੇਸ਼ ਹੋ, ਐਕਸਲੈਂਟ ਹੋ? ਜੇ ਨਹੀਂ ਹੋ ਤਾਂ ਤੁਸੀਂ ਕ੍ਰਿਸ਼ਨ ਤੋਂ ਬਹੁਤ ਹੀ ਦੂਰ ਹੋ। ਹਾਥੀ, ਖੋਤਾ, ਕੁੱਤਾ ਜਾਂ ਘੋੜਾ ਇਹਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹੋ। ਕਿੱਥੇ ਹੈ ਉੱਤਮਤਾ? ਕਿੱਥੇ ਹੈ? ਕਿਸ ਚੀਜ਼ 'ਚ ਤੁਸੀਂ ਪਰਬਤਾਂ ਦੇ ਰਾਜਾ ਹਿਮਾਲਿਆ ਵਾਂਗੂੰ ਅਟਲ ਤੇ ਉੱਚੇ ਹੋ? ਦੱਸੋ ਜਰਾ। ਕੂੜੇ ਦੇ ਢੇਰ ਨੂੰ ਵੀ ਕੁਝ ਉਚਾਈ ਹੁੰਦੀ ਹੈ, ਉਨੀ ਹੀ ਉਚਾਈ ਹੈ ਤੁਹਾਡੇ ਜੀਵਨ 'ਚ। ਤੁਸੀਂ ਆਖਦੇ ਹੋ, ਮੈਨੂੰ ਇਹ ਵੀ ਆਉਂਦਾ ਹੈ, ਮੈਨੂੰ ਉਹ ਵੀ ਆਉਂਦਾ ਹੈ, ਮੈਂ ਇਸ ਵਿੱਚ ਮਾਹਿਰ ਹਾਂ, ਮੈਂ ਉਸ ਵਿੱਚ ਨਿਪੁੰਨ ਹਾਂ, ਪਰ ਇਹ ਸਾਰੀਆਂ ਉਚਾਈਆਂ ਉਹੋ ਜਿਹੀਆਂ ਹਨ ਜਿਵੇਂ ਕੂੜੇ ਦੇ ਢੇਰ ਦੀਆਂ। ਕੀ ਤੁਹਾਡੇ ਕੋਲ ਕਿਸੇ ਵੀ ਖੇਤਰ ਵਿੱਚ ਹਿਮਾਲਿਆ ਵਰਗੀ ਉਚਾਈ ਹੈ? ਜੇ ਨਹੀਂ ਤਾਂ ਫਿਰ ਤੁਹਾਡਾ ਜੀਵਨ ਕੂੜੇ ਤੋਂ ਵਧੀਆ ਕਿਵੇਂ ਹੋਇਆ? ਤੇ ਸਭ ਤੋਂ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਅਸੀਂ ਵਿੱਚੋਂ ਬਹੁਤ ਸਾਰੇ ਲੋਕ ਉਸ ਕੂੜੇ ਦੀ ਹੀ ਰੱਖਿਆ ਕਰਦੇ ਰਹਿੰਦੇ ਹਾਂ। ਜਦੋਂ ਮੌਕਾ ਮਿਲਦਾ ਹੈ ਉਸ ਕੂੜ ਤੋਂ ਉੱਪਰ ਚੜ੍ਹਨ ਦਾ, ਅਸਲ ਉਚਾਈਆਂ ਛੂਹਣ ਦਾ, ਤਾਂ ਅਸੀਂ ਡਰ ਜਾਂਦੇ ਹਾਂ, ਪਿੱਛੇ ਹਟ ਜਾਂਦੇ ਹਾਂ, ਸਾਡਾ ਪੇਟ ਖਰਾਬ ਹੋ ਜਾਂਦਾ ਹੈ। ਗੱਲ ਸਮਝ ਆ ਰਹੀ ਹੈ? ਕਿਤਾਬਾਂ ਪੜ੍ਹ ਲੈਣ ਨਾਲ ਜਾਂ ਵਾਰ-ਵਾਰ ਇਹ ਕਹਿ ਦੇਣ ਨਾਲ ਕਿ ਮੈਂ ਤਾਂ ਸਾਹਿਬ ਕ੍ਰਿਸ਼ਨ ਭਗਤ ਹਾਂ ਜਾਂ ਆਧਿਆਤਮਿਕ ਬੰਦਾ ਹਾਂ, ਤੁਸੀਂ 2 ਕੌੜੀਆਂ ਦੇ ਵੀ ਆਧਿਆਤਮਿਕ ਨਹੀਂ ਬਣ ਜਾਂਦੇ। ਜੇ ਤੁਹਾਡੇ ਜੀਵਨ 'ਚ ਸੱਚਮੁੱਚ ਆਧਿਆਤਮ ਹੋਵੇ ਤਾਂ ਕੁਝ ਖਾਸ ਨਜ਼ਰ ਆਉਣਾ ਚਾਹੀਦਾ ਹੈ। ਵਿਸ਼ੇਸ਼ਤਾ ਕਿੱਥੇ ਹੈ ਤੁਹਾਡੀ? ਕਬੀਰ ਸਾਹਿਬ ਵਿਸ਼ੇਸ਼ ਹੋਏ, ਨਾਨਕ ਸਾਹਿਬ ਵਿਸ਼ੇਸ਼ ਹੋਏ, ਇਸ ਕਰਕੇ ਉਹਨਾਂ ਦਾ ਸਾਹਿਤ ਅੱਜ ਤੱਕ ਪੜ੍ਹਿਆ ਜਾਂਦਾ ਹੈ। ਉਹ ਗਜ਼ਬ ਦੇ ਸਾਹਿਤਕਾਰ ਬਣ ਗਏ। ਜੇ ਉਹ ਭਗਤ ਸਨ ਤਾਂ ਉਹਨਾਂ ਦੀ ਭਗਤੀ ਉਹਨਾਂ ਦੇ ਸਾਹਿਤ ਦੀ ਗੁਣਵੱਤਾ 'ਚ ਦਰਸਾਈ ਦਿੱਤੀ ਹੈ ਕਿ ਨਹੀਂ? ਉਹਨਾਂ ਦਾ ਲਿਖਿਆ ਅੱਜ ਵੀ ਲੋਕ ਪੜ੍ਹਦੇ ਹਨ। ਤੁਸੀਂ ਵੀ ਕਹਿੰਦੇ ਹੋ ਕਿ ਤੁਸੀਂ ਵੱਡੇ ਭਗਤ ਹੋ, ਪਰ ਤੁਹਾਡਾ ਲਿਖਿਆ 2 ਕੌੜੀਆਂ ਦਾ ਵੀ ਨਹੀਂ। ਤੁਸੀਂ ਕੁਝ ਲਿਖੋ ਤਾਂ 4 ਲੋਕ ਵੀ ਉਸ ਨੂੰ ਪੜ੍ਹਨ ਲਈ ਤਿਆਰ ਨਹੀਂ ਹੋਣਗੇ। ਜੇ ਸੱਚਮੁੱਚ ਤੁਹਾਡੇ ਵਿੱਚ ਕ੍ਰਿਸ਼ਨਤਾ ਹੁੰਦੀ ਤਾਂ ਤੁਸੀਂ ਦੁਨੀਆ 'ਤੇ ਛਾ ਜਾਂਦੇ। ਦੁਨੀਆ ਵਿੱਚ ਤੁਹਾਡੀ ਕੋਈ ਥਾਂ ਨਹੀਂ, ਕੋਈ ਕੰਮ ਤੁਹਾਨੂੰ ਢੰਗ ਨਾਲ ਕਰਨਾ ਨਹੀਂ ਆਉਂਦਾ, ਤੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਆਧਿਆਤਮਿਕ ਬੰਦਾ ਹਾਂ। ਝੂਠ, ਆਪਣੇ ਆਪ ਨੂੰ ਹੀ ਠੱਗ ਰਹੇ ਹੋ। ਇੱਕ ਕੰਮ ਵੀ ਅਜਿਹਾ ਨਹੀਂ ਜੋ ਤੁਸੀਂ ਪੂਰੀ ਤਾਕਤ ਨਾਲ ਕਰ ਸਕੋ। ਇੱਕ ਕੰਮ ਵੀ ਅਜਿਹਾ ਨਹੀਂ ਜਿਸ ਵਿੱਚ ਤੁਸੀਂ ਜੰਗਲ ਦੇ ਸ਼ੇਰ ਵਰਗੇ ਬਣ ਸਕੋ। ਇੱਕ ਕੰਮ ਵੀ ਅਜਿਹਾ ਨਹੀਂ ਜਿਸ ਵਿੱਚ ਤੁਸੀਂ ਹਾਥੀਆਂ ਵਿੱਚੋਂ ਇਰਾਵਤ ਵਰਗੇ ਤੇ ਘੋੜਿਆਂ ਵਿੱਚੋਂ ਉੱਛੈ ਸ਼ਰਵਾ ਵਰਗੇ ਬਣ ਸਕੋ। ਪਰ ਦਾਅਵਾ ਇਹੀ ਕਿ ਅਸੀਂ ਤਾਂ ਆਧਿਆਤਮਿਕ ਹਾਂ, ਬੈਠ ਕੇ ਆਧਿਆਤਮਿਕ ਕਿਤਾਬਾਂ ਪੜ੍ਹ ਰਹੇ ਹਨ, ਪਰ ਕਰਨਾ ਕੁਝ ਨਹੀਂ ਆਉਂਦਾ। ਹੋ ਜਿਹੇ ਲੋਕਾਂ ਨੂੰ ਮੈਂ ਕਹਾਂਗਾ ਕਿ ਹੋਰ ਸਾਰੀਆਂ ਕਿਤਾਬਾਂ ਛੱਡ ਕੇ ਸਿਰਫ ਸ਼੍ਰੀਮਦ ਭਗਵਦ ਗੀਤਾ ਦਾ 10ਵਾਂ ਅਧਿਆਇ ਵਿਭੂਤੀ ਯੋਗ ਵਾਰੀ-ਵਾਰੀ ਪੜ੍ਹੋ ਤੇ ਥੋੜੀ ਸ਼ਰਮ ਕਰੋ। ਭੁੱਲਣਾ ਨਹੀਂ ਕਿ ਕੁਦਰਤ ਦੇ ਖਿਲਾਫ ਜਾਣਾ ਜਾਂ ਕੁਦਰਤ ਤੋਂ ਉੱਪਰ ਉੱਠਣਾ ਆਪਣੇ ਆਪ ਨਹੀਂ ਹੋ ਜਾਂਦਾ। ਇਸ ਲਈ ਮਿਹਨਤ ਲੱਗਦੀ ਹੈ। ਜੇ ਤੁਸੀਂ ਕਿਸੇ ਵੀ ਖੇਤਰ ਵਿੱਚ ਆਪਣੀ ਕਾਬਲੀਅਤ ਨਹੀਂ ਬਣਾਈ ਜਾਂ ਕਿਸੇ ਵੀ ਖੇਤਰ ਵਿੱਚ ਉਚਾਈ ਹਾਸਲ ਨਹੀਂ ਕਰ ਸਕੇ ਤਾਂ ਇਹਦੀ ਵਜ੍ਹਾ ਤੁਹਾਡੀ ਕਿਸਮਤ ਨਹੀਂ ਹੈ। ਇਹਦੀ ਅਸਲੀ ਵਜ੍ਹਾ ਤੁਹਾਡਾ ਆਲਸ, ਸੁਸਤਪਨ ਅਤੇ ਝੂਠ ਨਾਲ ਪਿਆਰ ਹੈ। ਬਹਾਨੇ ਨਾ ਬਣਾਓ ਕਿ ਮੈਂ ਕੀ ਕਰਾਂ, ਮੇਰਾ ਤਾਂ ਅਤੀਤ ਹੀ ਅਜਿਹਾ ਸੀ। ਇਹ ਸਭ ਫਜ਼ੂਲ ਗੱਲਾਂ ਹਨ। ਜਿਸ ਨੂੰ ਚਾਹੀਦਾ ਹੁੰਦਾ ਹੈ ਉਹ ਉਚਾਈ ਤੱਕ ਪਹੁੰਚ ਹੀ ਜਾਂਦੇ ਹਨ। ਜੇ ਤੁਸੀਂ ਨਹੀਂ ਪੁੱਜੇ ਤਾਂ ਸਾਫ਼ ਹੈ ਤੁਹਾਨੂੰ ਚਾਹੀਦੀ ਹੀ ਨਹੀਂ ਸੀ।